ਕਿਸੇ ਦੇ ਪਿੰਡ ਦੇ ਵਿੱਚ ਪੀਆਰਟੀਸੀ ਬੱਸ ਨਹੀਂ ਜਾਂਦੀ, ਜਦੋਂ ਕਿ ਮਾਨਸਾ ਦੇ ਵਿੱਚ ਇੰਨੀਆਂ ਕੰਡਮ ਬੱਸਾਂ ਚੱਲ ਰਹੀਆਂ ਨੇ, ਵਿਭਾਗ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸੋ ਮਾਨਸਾ ਦੇ ਪਿੰਡਾਂ 'ਚ ਕਿਸੇ ਪਿੰਡ 'ਚ ਪੀਆਰਟੀਸੀ ਬੱਸ ਨਾ ਜਾਂਦੀ ਹੋਵੇ, ਸ਼ਾਇਦ ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਹਾਂ, ਪਰ ਇਹ ਹੋ ਸਕਦਾ ਕਿ ਕਈ ਪਿੰਡਾਂ 'ਚ ਪੀਆਰਟੀਸੀ ਬੱਸ ਨਾ ਜਾਂਦੀ ਹੋਵੇ। ਇਹਦੇ ਔਰ ਤੁਸੀਂ ਕਿਹਾ ਕੰਡਮ ਬੱਸਾਂ ਨੇ, ਇਹਦੇ ਪਿੱਛੇ ਜੀਜੇ ਸਾਲੇ ਦੀ ਰਾਜਨੀਤੀ ਸੀ, ਜਾਣੀ ਕਿ ਸੁਖਬੀਰ ਬਾਦਲ ਤੇ ਮਜੀਠਾ ਜਿਨ੍ਹਾਂ ਨੇ ट्रांसपोर्ट माफिया पैदा किया, ना केवल एक माफिया, वो माफिए दे पैदाइशी ने। ये 15 साल किसी प्रकार का कोई 15 साल पहला माफिया नहीं हुंदा सी, चाहे वो ड्रग माफिया, चाहे वो रेत माफिया, चाहे वो केबल माफिया, चाहे वो ट्रांसपोर्ट माफिया, हर एक नाल वो सीधे ते सीधे जुड़ते हैं। लेकिन ट्रांसपोर्ट माफिया नाल तो वो सीधे जुड़ते हैं। 53 लाख रुपए का मुनाफा मेरे बन तो बाद ਅੱਜ ਪੀਆਰਟੀਸੀ ਤੇ ਰੋਡਵੇਜ਼ ਨੂੰ ਹੋ ਰਿਹਾ ਡੇਲੀ ਦਾ, ਐਵਰੀ ਡੇ। ਇਫ ਯੂ ਕੈਲਕੂਲੇਟ 53 ਲੱਖ ਇਨਟੂ 14.5 ਸਾਲ, 10 ਸਾਲ ਉਹ ਤੇ 4.5 ਸਾਲ ਇਹ, ਤੇ ਅਗਰ ਉਹ ਦਿਨ ਤੇ ਕੈਲਕੂਲੇਟ ਕਰੋਗੇ 365 ਦੇ ਹਿਸਾਬ ਨਾਲ ਤਾਂ 2700 ਕਰੋੜ ਰੁਪਇਆ ਪਰ ਇਹ ਬਾਦਲ ਜੀਜਾ ਸਾਲੇ ਦੇ ਕਰਕੇ ਜਿਹੜਾ ਲੁੱਟ ਹੋਈ ਹੈ ਟਰਾਂਸਪੋਰਟ ਦੀ, ਇਸੇ ਕਰਕੇ ਬੱਸਾਂ ਟੁੱਟ ਗਈਆਂ, ਇਸੇ ਕਰਕੇ ਬੱਸਾਂ ਨਵੀਆਂ ਨਹੀਂ ਪਾਈਆਂ ਗਈਆਂ, ਇਸੇ ਕਰਕੇ ਇਹਦਾ ਪੈਸਾ ਤੇ ਰੈਵਨਿਊ ਉਹ ਲੋਕ ਖਾ ਗਏ, ਜਿਹਦੀ ਮੈਂ ਇਨਕੁਆਇਰੀ ਕਰਾਉਣ ਜਾ ਰਹੇ ਹਾਂ। ਔਰ ਤੁਹਾਨੂੰ ਖੁਸ਼ਖਬਰੀ ਦੱਸਦਾ ਕਿ ਜਦੋਂ ਬਣਿਆ 842 ਨਵੀਆਂ ਬੱਸਾਂ ਦਾ ਮੈਂ ਆਰਡਰ ਦੇ ਚੁੱਕਿਆ, ਲੇਕਿਨ ਅੱਜ ਜੋ ਪੀਆਰਟੀਸੀ ਤੇ ਰੋਡਵੇਜ਼ ਦੇ ਹਾਲਾਤ ਨੇ, ਉਹਦੇ ਪਿੱਛੇ ਜੀਜਾ ਸਾਲਾ ਦਾ ਅਹਿਮ ਰੋਲ ਹੈ। ਇਸ ਕਰਕੇ ਸਾਡੇ ਬੱਸਾਂ ਦੀ ਹਾਲਾਤ ਅੱਜ ਹੀ ਸਫਾਈ, ਇੱਕ ਦਿਨ ਪਹਿਲਾਂ ਹੀ ਸਫਾਈ ਹੋਈ ਹੈ, ਇਹ ਲੋੜ ਨਹੀਂ ਸੀ ਵੀ ਰੋਜ਼ਾਨਾ ਸਫਾਈ ਚਾਹੀਦੀ ਸੀ ਬੱਸ ਸਟੈਂਡ ਦੀ। ਗੱਲ ਕੂੜਾ ਜਿਹੜਾ ਰਾਤ ਨੂੰ ਹੀ ਚੱਕਿਆ ਗਿਆ 100%। ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ, ਮੈਂ 15 ਦਿਨ ਪਹਿਲਾਂ ਮੁਹਿੰਮ ਸਟਾਰਟ ਕੀਤੀ ਸੀ, 2 ਬੱਸ ਸਟੈਂਡਾਂ ਤੇ ਮੈਂ ਅਚਨਚੇਤ ਜਾ ਕੇ ਸਫਾਈ ਦਾ ਪ੍ਰੋਗਰਾਮ ਵਿੱਢਿਆ, ਲੇਕਿਨ ਸਫਾਈ ਨਿਰੰਤਰ ਹੋਣੀ ਚਾਹੀਦੀ ਹੈ। ਮੈਂ ਪ੍ਰੈਸ ਵਾਲੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਐਸੀ ਕੋਤਾਹੀ ਹੁੰਦੀ ਹੈ ਤੁਸੀਂ ਜ਼ਿਆਦਾ ਨਿਗਾਹ ਰੱਖਿਓ। ਜਿਹੜਾ ਵੀ ਆਫੀਸਰ ਨਿਰੰਤਰ ਸਫਾਈ ਨਹੀਂ ਕਰਾਏਗਾ ਉਹਦੀ ਛੁੱਟੀ ਜਲਦ ਕਰ ਦਿੱਤੀ ਜਾਏਗੀ। ਪਰ 1.5 ਦਰਜਨ ਬੱਸਾਂ ਦੇ ਰੂਟ ਅੱਜ ਬੰਦ ਕਰਤੇ ਕਿ ਤੁਸੀਂ ਆਏ ਹੋ, ਇਹਦਾ ਮਤਲਬ ਸਾਰੇ ਜਿਹੜੇ ਟਰਾਂਸਪੋਰਟ ਦੇ ਅਧਿਕਾਰੀ ਆ ਉਹਨਾਂ ਨੂੰ ਪਤਾ ਵੀ ਕਿਹੜੇ ਬੱਸਾਂ ਦੇ ਕਾਗਜ਼ ਪੂਰੇ ਨੇ। ਬਿਲਕੁਲ ਹੋ ਸਕਦਾ ਹੈ ਕੁਝ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਪਤਾ ਹੋਵੇ। ਮੈਟਰ ਆਫ ਇਨਕੁਆਇਰੀ, ਇਟਸ ਅ ਮੈਟਰ ਆਫ ਇਨਕੁਆਇਰੀ। ਇਹਦੀ ਮੈਂ ਇਨਕੁਆਇਰੀ ਕਰ ਰਿਹਾ ਹਾਂ ਕਿ ਜਿਹੜੇ ਵਿਅਕਤੀ, ਕਿਹੜੇ ਆਫੀਸਰ ਇਹਨਾਂ ਲੋਕਾਂ ਨਾਲ ਮਿਲੇ ਹੋਏ ਸਨ, ਉਹਨਾਂ ਨੂੰ ਨੈਚੁਰਲੀ ਜਿੱਥੇ ਜਾਣਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਥੋੜਾ। ਜਿਵੇਂ ਪ੍ਰਾਈਵੇਟ ਟਰਾਂਸਪੋਰਟਰ, ਮੈਂ ਨਹੀਂ ਕਹਿੰਦਾ ਮੇਰੇ ਸਾਰੇ ਆਫੀਸਰ, ਹੋ ਸਕਦਾ ਹੈ ਕੁਝ ਮੁਲਾਜ਼ਮ ਮਿਲੇ ਹੋਣ, ਲੇਕਿਨ ਮੈਂ ਉਹਨਾਂ ਨੂੰ ਇੱਕ ਵਾਰ ਇਹ ਕਹਾਂਗਾ ਕਿ ਬਿਲਕੁਲ ਹਟ ਜਾਓ, ਜ਼ੀਰੋ ਟੋਲਰੈਂਸ ਰਹੇਗੀ। ਕਾਨੂੰਨ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿਆਂਗਾ। ਜਿਹੜਾ ਅਧਿਕਾਰੀ ਇਹ ਕਰੇਗਾ ਸਸਪੈਂਡ ਨਹੀਂ ਕਰਾਂਗਾ, ਡਿਸਮਿਸ ਕਰਾਂਗਾ, ਔਰ ਜਿੰਨਾ ਸਰਕਾਰ ਦਾ ਰੈਵਨਿਊ ਲਾਸ ਹੋਊਗਾ ਉਹ ਇਹ ਤੋਂ ਲਾਉਂਗਾ। ਸਰ ਰੈਵਨਿਊ ਵਧੇ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ, ਪਰ ਲੋਕਾਂ ਦੇ ਚਰਚਾ ਹੈ ਵੀ ਅਵਤਾਰ ਹੈਨਰੀ ਦਾ ਵੱਡਾ ਟਰਾਂਸਪੋਰਟ ਦਾ ਕੰਮ ਹੈਗਾ ਜਾਂ ਹੋਰ ਵੀ ਕਈ ਕਾਂਗਰਸੀ ਆਗੂ ਹੈਗੇ, ਤੁਹਾਡੇ ਤੇ ਇਹ ਗੱਲ ਉੱਠਦੀ ਹੈ ਕਿ ਤੁਸੀਂ ਸਿਰਫ ਆਪਣੇ ਸਿਆਸੀ ਵਿਰੋਧੀਆਂ ਦੇ ਬੱਸਾਂ ਨੂੰ ਹੀ ਬ੍ਰੇਕ ਲਵਾ ਰਹੇ ਹੋ। ਗਲਤ ਕਿਉਂ ਗੱਲ ਕਰ ਰਹੇ ਹੋ? ਅਗਰ ਡੇਟਾ ਨਹੀਂ ਹੋਵੇ ਤਾਂ ਸਵਾਲ ਨਹੀਂ ਪੁੱਛਣਾ ਚਾਹੀਦਾ। 150 ਤੋਂ ਜ਼ਿਆਦਾ ਕੰਪਨੀਆਂ ਦੀਆਂ ਬੱਸਾਂ ਬੰਦ ਨੇ। ਕਰਤਾਰ ਦੀਆਂ 4 ਬੱਸਾਂ ਇੰਪਾਊਂਡ ਕੀਤੀਆਂ ਗਈਆਂ, ਕਾਂਗਰਸੀਆਂ ਦੀਆਂ ਡਿੰਪਾ ਜੀ ਦੀਆਂ 3 ਬੱਸਾਂ ਇੰਪਾਊਂਡ ਕੀਤੀਆਂ ਗਈਆਂ, ਕਿੱਕੀ ਢਿੱਲੋਂ ਦੀਆਂ ਗ੍ਰੀਨ ਬੱਸ ਸਰਵਿਸ ਹੈ 4 ਬੱਸਾਂ ਇੰਪਾਊਂਡ ਕੀਤੀਆਂ ਗਈਆਂ, ਔਰ 150 ਐਸੀ ਕੰਪਨੀਆਂ ਜਿਨ੍ਹਾਂ ਦੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ। ਇਹ ਕੇਵਲ ਕਿਸੇ ਕੋਲੇ ਕੋਈ ਮੁੱਦਾ ਨਹੀਂ ਹੈ, ਇਹ ਅਕਾਲੀ ਦਲ ਕੋਲੇ ਕੋਈ ਮੁੱਦਾ ਨਹੀਂ ਹੈ, ਇਸ ਕਰਕੇ ਉਹ ਇਸ ਮੁੱਦੇ ਨੂੰ ਉਛਾਲ ਰਹੇ ਹੈ। ਮੈਂ ਰੈਂਡਮਲੀ ਜਿਸ ਵਿਅਕਤੀ ਦਾ ਟੈਕਸ ਟੁੱਟ ਗਿਆ ਉਹਦੀ ਬੱਸ ਬੰਦ ਕਰ ਰਹੇ ਹਾਂ, ਜਾਂ ਜਿਹੜੀ ਅਨਅਧਿਕਾਰਤ ਤੌਰ ਤੇ ਚੱਲ ਰਹੀ ਹੈ, ਜਾਂ 1 ਨੰਬਰ ਤੇ 4 ਬੱਸਾਂ ਚੱਲ ਰਹੀਆਂ ਉਹਨਾਂ ਦਾ ਕਰ ਰਹੇ ਹਾਂ। ਤੇ ਉਹ ਕਿਹਨਾਂ ਦਾ ਸੀ? ਉਹ ਇਹਨਾਂ ਲੋਕਾਂ ਦੀਆਂ ਜ਼ਿਆਦਾ ਬੱਸਾਂ ਦਾ ਨਜ਼ਰ ਆ ਰਿਹਾ, ਕਿਉਂਕਿ ਫਲੀਟ ਇਹਨਾਂ ਦੀਆਂ ਵੱਡੀਆਂ 400 ਬੱਸਿਸ ਉਹਨਾਂ ਦੀਆਂ ਜੀ। ਅੱਜ ਇੱਕ ਵਿਦਿਆਰਥੀਆਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ, ਉਹਨਾਂ ਦਾ ਕਹਿਣਾ ਕਿ ਕਾਲਜ ਦੇ ਅੱਗੇ ਪੀਆਰਟੀਸੀ ਬੱਸ ਨਹੀਂ ਰੁਕਦੀ, ਜਿਸ ਕਾਰਨ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਅੱਜ ਵਿਦਿਆਰਥੀਆਂ ਨੇ ਪ੍ਰਦਰਸ਼ਨ ਸੋ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਨਹੀਂਗਾ, ਪਰ ਉਹ ਵਿਦਿਆਰਥੀਆਂ ਨਾਲ ਮੈਂ ਸਹਿਮਤ ਹਾਂ। ਅਗਰ ਬੱਸ ਨਹੀਂ ਰੁਕਦੀ ਤਾਂ ਕੱਲ ਤੋਂ ਰੁਕਣ ਲੱਗਾਂਗੇ। ਓਵਰਲੋਡ ਵਾਹਨ ਨਹੀਂ ਦਾ ਹਾਦਸਿਆਂ ਦਾ ਕਾਰਨ ਬਣਦਾ ਹੈ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਕਾਬਲੇ ਤਾਰੀਫ ਹੈ। ਜਿਹੜੀਆਂ ਭੰਗ ਵਾਲੀਆਂ, ਜਿਵੇਂ ਖਾਸ ਕਰ ਤੂੜੀ ਵਾਲੀਆਂ ਟਰਾਲੀਆਂ ਹੁੰਦੀਆਂ, ਟਰਾਂਸਪੋਰਟ ਮਹਿਕਮੇ ਇਹਨਾਂ ਤੇ ਨੱਥ ਪਾ ਰਹੇ ਕੁਝ? ਯਾਰ ਭੁੰਗ ਵਾਲੀਆਂ ਟਰਾਲੀਆਂ ਤੋਂ ਤਾਂ ਬੜਾ ਮਾੜਾ ਹਾਲ ਹੈ, ਬਿਲਕੁਲ ਮੈਂ ਤੁਹਾਡੇ ਨਾਲ ਜਾਇਜ਼ ਹੈ, ਬਟ ਹਜੇ ਤੱਕ ਮੈਂ ਇਹਦੇ ਬਾਰੇ
ਗੌਰ ਨਹੀਂ ਫਰਮਾਈ ਸੀ, ਕਿਉਂਕਿ ਮੈਂ ਤਾਂ ਹਮੇਸ਼ਾ ਸੱਚੀ ਗੱਲ ਕਰਨ ਵਾਲਾ ਵਿਅਕਤੀ ਹਾਂ। ਪਰ ਅੱਜ ਤੁਸੀਂ ਮੇਰੇ ਧਿਆਨ 'ਚ ਲਿਆਂਦਾ 100%, ਕਿਉਂਕਿ ਉਹ ਐਕਸੀਡੈਂਟ ਦਾ ਕਾਰਨ ਬਣਦੀਆਂ ਭੁੰਗਾ ਦੀਆਂ ਟਰਾਲੀਆਂ, ਧੁੰਦ ਦੇ ਵਿੱਚ ਬੜਾ ਨੁਕਸਾਨ ਹੁੰਦਾ, ਇਹਨਾਂ ਤੇ ਰੋਕਥਾਮ ਜ਼ਰੂਰ ਕਰਾਂਗੇ। ਕਰਮਚਾਰੀ ਫਿਰ ਹੜਤਾਲ ਤੇ ਚਲੇ ਗਏ ਨੇ ਲਗਾਤਾਰ, ਕਾਫੀ ਲੰਬਾ ਸਮਾਂ ਹੋ ਗਿਆ, ਕੀ ਹੋ ਰਿਹਾ ਉਹਨਾਂ ਦੇ ਆਪ ਲੋਕਾਂ ਦੇ ਨਾਲ ਦਫ਼ਤਰ ਬੰਦ? ਹਾਂਜੀ, ਮੈਨੂੰ ਲੱਗਦਾ ਕਿ ਮੈਂ ਉਹਨਾਂ ਕਰਮਚਾਰੀ ਭਰਾਵਾਂ ਨੂੰ ਵੀ ਕਵਾਂਗਾ, ਚੰਨੀ ਸਾਹਿਬ ਇੱਕ ਕਾਮਨ ਮੈਨ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ, ਤੁਹਾਡਾ ਉਹਨਾਂ ਨੂੰ ਦਰਦ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਪ੍ਰੈਸ਼ਰਾਈਜ਼ ਦੀ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ। ਸਟਾਫ ਨੂੰ ਮੁੜ ਦੁਬਾਰਾ ਆਪਦੇ ਕੰਮ ਤੇ ਆ ਜਾਣਾ ਚਾਹੀਦਾ। ਇਮਾਨਦਾਰ ਕਨੈਕਟਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਬਹੁਤ ਟਾਈਮ ਪਹਿਲਾਂ, ਸ਼ੁਰੂ ਕਰ ਦਿੱਤਾ ਹੈ ਜੀ। ਅੱਛਾ ਹੁਣ ਅਸੀਂ ਸ਼ੁਰੂ ਕਰਤਾ ਹੈ ਕਿ ਕੱਲ ਜਿਹੜੀ ਮੈਂ ਰਿਪੋਰਟ ਕਾਰਡ ਪੇਸ਼ ਕੀਤਾ ਉਹਦੇ ਵਿੱਚ ਮੈਂ ਦੱਸਿਆ ਕਿ ਇਮਾਨਦਾਰ ਕਨੈਕਟਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ 15 ਦਿਨਾਂ ਬਾਅਦ ਸਨਮਾਨਿਤ, ਨਾਟ ਓਨਲੀ ਇਮਾਨਦਾਰ ਕਨੈਕਟਰਸ, ਇਵਨ ਡਰਾਈਵਰ ਜਿਨ੍ਹਾਂ ਵਧੀਆ ਬੱਸੇ ਚਲਾਉਂਦੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ। ਇੱਕ ਜੀਐਮ ਨੂੰ 500 ਮੀਟਰ ਦੇ ਘੇਰੇ 'ਚ ਚੈਕਿੰਗ ਦੇ ਦਿੱਤੇ ਗਏ ਆ ਕਿ ਇਹਨਾਂ ਦਾ ਘੇਰਾ ਵਧੇ ਤਾਂ ਘੇਰਾ ਆਰਟੀਐਸ ਸਾਰਾ ਘੇਰਾ ਨਹੀਂ, ਪਹਿਲਾਂ ਜੀਐਮ ਕਿਤੇ ਚੈਕਿੰਗ ਨਹੀਂ ਕਰ ਸਕਦਾ ਸੀ। ਤੁਸੀਂ ਉਲਟਾ ਮੈਨੂੰ ਸ਼ਾਬਾਸ਼ ਦਿਓ ਸਾਡੇ ਮਹਿਕਮੇ ਨੂੰ। ਜੀਐਮ ਕੱਲਾ ਅੱਡਾ ਵੇਖਣ ਵਾਸਤੇ ਹੁੰਦਾ ਸੀ, ਅਸੀਂ ਹੁਣ ਅਧਿਕਾਰ ਦਿੱਤਾ ਹੈ ਜੀਐਮ ਨੂੰ ਕਿ ਉਹ 500 ਮੀਟਰ ਦੇ ਦਾਇਰੇ 'ਚ ਜਾ ਕੇ ਚਲਾਨ ਵੀ ਕੱਟ ਸਕਦਾ ਹੈ। ਇਹ ਆਰਟੀਏ ਕੋਲੇ ਅਧਿਕਾਰ ਹੈ ਜਾਂ ਐਸਡੀਐਮ ਕੋਲੇ ਅਧਿਕਾਰ ਸੀ, ਡੀਟੀਓਸ ਕੋਲੇ। ਸੋ ਜਿੱਥੇ ਵੀ ਕਈ ਵਾਰੀ ਕੋਈ ਹੇਰਾ ਫੇਰੀ ਅੱਡੇ ਦੇ ਨੇੜੇ ਹੁੰਦੀ ਹੈ ਤਾਂ ਜੀਐਮ ਵੀ ਉਹਨਾਂ ਨੂੰ ਇੰਪਾਊਂਡ ਕਰ ਸਕਦਾ ਹੈ। ਆਮਦਨ ਵਧੀ ਹੈ ਜੀ ਹੁਣ ਜਦੋਂ 53 ਲੱਖ ਰੁਪਇਆ। ਬੜਿੰਗ ਸਾਹਿਬ ਹੁਣ ਆਮਦਨ ਵਧੀ ਆ, ਪਹਿਲਾਂ ਆਮਦਨ ਵਧ ਰਹੀ, ਕਿਹਨੂੰ ਜਿਹੜਾ ਜ਼ਿੰਮੇਵਾਰ ਠਹਿਰੇ ਹੋਣੇ ਤੁਸੀਂ ਇਹਨਾਂ ਹੁਣ ਆਮਦਨ ਜਿਹੜੀ ਵਧੀ ਹੈ? ਜਿਹੜੇ ਲੋਕ ਪਹਿਲਾਂ ਕੰਮ ਕਰਦੇ ਸੀ ਉਹ तमाम ਲੋਕ ਜ਼ਿੰਮੇਦਾਰ ਹੈ। ਕਿਉਂ ਨਹੀਂ ਆਮਦਨ ਪਹਿਲਾਂ ਵਧੀ? ਸਰ ਉਹਦੇ 'ਚ ਅਰੁਣਾ ਚੌਧਰੀ ਵੀ ਸ਼ਾਮਿਲ ਹੈ। ਅਰੁਣਾ ਚੌਧਰੀ ਨੇ ਕਾਫੀ ਕੰਮ ਕੀਤਾ ਟਰਾਂਸਪੋਰਟ ਮਹਿਕਮੇ ਦੇ ਵਿੱਚ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਚਾਹਾਂਗਾ, ਹਰ ਬੰਦੇ ਦਾ ਸਟਾਈਲ ਆਫ ਵਰਕਿੰਗ ਡਿਫਰੈਂਟ ਹੁੰਦਾ ਹੈ। ਸਰ ਇੱਕ ਬਠਿੰਡਾ ਦੀ ਮੈਂ ਗੱਲ ਕਰਨੀ ਚਾਹੁੰਦਾ, ਸਿਟੀ ਬੱਸਾਂ ਚੱਲੀਆਂ ਸੀ ਬਠਿੰਡਾ ਤੇ ਵੱਡੀਆਂ, ਉਹ ਸਿਰਫ 2 ਸਾਲ ਔਨ ਰੋਡ ਰਹੀਆਂ ਤੇ ਇਸ ਟਾਈਮ ਕੁਵਾਰ ਸਿਟੀ ਬੱਸਿਸ ਸਾਡੇ ਅੰਡਰ ਨਹੀਂ ਹੈ, ਉਹ ਬਠਿੰਡਾ ਕਾਰਪੋਰੇਸ਼ਨ ਦੀਆਂ ਬੱਸਿਸ ਹੈ, ਨਾਟ ਸਾਡੀਆਂ। ਕੋਈ ਟਰਾਂਸਪੋਰਟ ਦੀ ਬੱਸ ਨਹੀਂ ਹੈ। ਸੋ ਬਠਿੰਡਾ ਡਿਪੂ ਦੇ ਅੰਦਰ ਲੱਗੀਆਂ। ਨਹੀਂ, ਉਹ ਬਠਿੰਡਾ ਡਿਪੂ ਦੇ ਅੰਦਰ ਲੱਗ ਗਈਆਂ ਕਿਉਂਕਿ ਉੱਥੇ ਜਗ੍ਹਾ ਦੇਖ ਕੇ ਲੱਗ ਗਈਆਂ ਹੋਣੀਆਂ। ਅਦਰਵਾਈਜ਼ ਜਿੰਨੀਆਂ ਵੀ ਸਿਟੀ ਬੱਸਿਸ ਹੈ ਉਹ ਮੀਨਸ ਨਹੀਂ, ਉਹ ਮੇਰਾ ਫਿਰ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਉਹ ਸਾਡੇ ਅਧਿਕਾਰ ਖੇਤਰ 'ਚ नहीं आते। बिल्डिंग साहब, जो बसें आप पकड़ी है उसमें जिन्होंने टैक्स नहीं भरा उसको क्या आप उन अफसरों पर कार्रवाई करेंगे जैसे वेरका साहब कर रहे हैं? नहीं, जो टैक्स किसी के ऊपर कार्रवाई बनती है, कार्रवाई तो मैं बसेस के ऊपर कर रहा हूँ। सर, जो अफसरों को मालूम था उन्होंने बिना परमिट के बसें चलने दी, टैक्स नहीं लिया, फिर भी बसें चलने दी, क्या वो रिस्पॉन्सिबल नहीं है? मैंने कहा कि नहीं, टैक्स के लिए तो वो रिस्पॉन्सिबल नहीं है क्योंकि बार बार उनको चिट्ठी लिखी जाती थी, वो कहीं ना कहीं बहाना मार के, कोरोना का बहाना, कहीं और बहाना। लेकिन हाँ, जो बिना परमिट्स के बसें चल रही हैं वो अधिकारियों की जिम्मेदारी बनती है। लेकिन मैंने पहले भी कहा है कि बहुत सा इट्स अ मैटर ऑफ इंक्वायरी, हम जांच पड़ताल करवाएंगे और उसमें जो भी शख्स पाया गया उसके ऊपर बनती कार्रवाई होगी। सर, जो स्पष्ट है ना, सर जो स्पष्ट है जिनके पास परमिट नहीं है, सर जो स्पष्ट है ना जिनके पास परमिट नहीं है वो चल रही है, जो तो स्पष्ट है कब चले? आपने पकड़ी है हाँ, तो पकड़ रहा बिना हूँ। परमिट के बढ़िया, लेकिन अफसरों को क्या करें? आप जो बिना परमिट, सुनिए, उसमें क्या है कि जब परमिट, एक तो होता है कि परमिट खत्म होए को, एक तो परमिट है ही नहीं है, जो है नहीं है उसके ऊपर कार्रवाई मुकम्मल तौर पे बनती है। एक होता है कि परमिट एक्सपायर हो गया, उसने फीस नहीं भरी है, तो उसके ऊपर मेरे को लगता है किसी ऑफिसर के ऊपर कार्रवाई नहीं बनती। और कई अनधिकारित लोग कई चीज़ को पता भी नहीं चलने देते। अब ऐसे कहो आप कि वहाँ पर ड्रग्स पकड़ा गया, उस थाने के नज़दीक पकड़ा गया, तो उस एसएचओ के ऊपर हो सकता उसी दिन ही वो व्यक्ति नया बंदा वहाँ ड्रग्स देकर आया हो। सर, आपने ही पकड़ी है, 4 बसें पकड़ी हैं और आपको मतलब तो एक परमिट पर 4 बसें आपने ही पकड़ी हैं। तो यार तो ये तो है ना कि सुनिए ना, मिली भुगत है। तो वो नहीं, मिली भुगत नहीं कह सकते उसको, मिली भुगत नहीं कह सकते। कई बार ऑफिसर को जरूरी नहीं है कि उसको पता हो 4 एक नंबर पे चल रही हो, कोई चोरी भी कर रहा होता है। आपके घर के अंदर ही कोई व्यक्ति चोरी कर रहा होता है, इसका मतलब ये नहीं है कि आपकी मिली भुगत से चोरी हो रही है। कई बार मिली भुगत से भी होती है और कई बार मिली भुगत के बिना भी बंदा चोरी करता है। जब पकड़ी गई तो पकड़ लिया, लेकिन जो मिली भुगत के साथ करते थे उनके ऊपर कार्रवाई होगी। सर आरटीए दोगे मान संग भाई, आरटीए दिया हुआ है, कोशिश कर रहे हैं कि ਅਸੀਂ ਡੀਟੀਓ ਦੁਬਾਰੇ ਲਾ ਦਈਏ।